वाहिगुरू जी का खालसा वाहिगुरू जी की फतेह। किताब जियोपॉलिटिक्स, लेखक नवनीत चतुर्वेदी। अध्याय चौथा। इस किताब के कुछ महत्वपूर्ण पात्रां नाल एक मुलाकात। हो सकता है कि पाठकां नूं ये लगे कि लेखक ज़्यादा ही भूतकाल विच चला गया है। इस सब का साडे वर्तमान लोकतंत्र नाल की लेना देना होवेगा तां तुसीं गलत सोच रहे हो। इस पाठ विच उन्हां सारे किरदारां दी पहचान अते इतिहास इत्थे दस्सिया जा रहा है ਤਾਂ ਕਿ ਸਮਝਦਾਰ ਪਾਠਕ ਫਿਰ ਇਸ ਨੂੰ ਅੱਜ ਦੇ ਰਾਜਨੀਤਿਕ ਸਮੀਕਰਨ ਨਾਲ ਮਿਲਾ ਕੇ ਕੁਝ ਸਮਝ ਸਕੇ। ਅੱਜ ਵੀ ਅਪਰਤੱਖ ਤੌਰ 'ਤੇ ਇਹੀ ਕੁਝ ਏਜੰਸੀਆਂ ਦਾ ਰਾਜ ਚੱਲ ਰਿਹਾ ਹੈ। ਬ੍ਰਿਟਿਸ਼ ਕਰਾਊਨ ਫਰਮ ਈਸਟ ਇੰਡੀਆ ਕੰਪਨੀ ਦੇ ਸੰਖੇਪ ਵਿੱਚ ਇਤਿਹਾਸ ਵੱਲ ਝਾਤ ਮਾਰੀ ਜਾਏ ਤਾਂ ਯਾਦ ਆਵੇਗਾ ਕਿ ਅੰਗਰੇਜ਼ ਸਭ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਦੇ ਨਾਂ ਹੇਠ ਵਪਾਰ ਕਰਨ ਦੀ ਮਨਸ਼ਾ ਨਾਲ ਭਾਰਤ ਆਏ ਸਨ ਅਤੇ ਮੁਗਲ ਸਮਰਾਟ ਜਹਾਂਗੀਰ ਤੋਂ ਉਹਨਾਂ ਨੇ ਵਪਾਰ ਦੀ ਆਗਿਆ ਮੰਗੀ। ਹੌਲੀ ਹੌਲੀ ਵਪਾਰ ਦੀ ਆੜ 'ਚ ਉਹ ਆਪਣੇ ਆਪ ਨੂੰ ਇੱਥੇ ਹੋਰ ਮਜ਼ਬੂਤ ਕਰਦੇ ਗਏ ਅਤੇ ਕਰੀਬ 2 ਸਾਲਾਂ ਬਾਅਦ ਉਹ ਇੰਨੇ ਮਜ਼ਬੂਤ ਹੋ ਚੁੱਕੇ ਸਨ ਕਿ ਭਾਰਤ ਦੇ ਸਾਰੇ ਰਾਜੇ ਮਹਾਰਾਜਿਆਂ ਨੂੰ ਆਪਣਾ ਗੁਲਾਮ ਬਣਾ ਲਿਆ ਸੀ ਅਤੇ ਹਰ ਸਮਾਂ ਦਾਮ ਦੰਡ ਭੇਦ ਦੀ ਨੀਤੀ ਅਪਣਾ ਕੇ ਫੁੱਟ ਪਾਓ ਤੇ ਰਾਜ ਕਰੋ ਤੇ ਜਿੱਤਣ ਦੀ ਹਰ ਸੰਭਵ ਚਾਲਬਾਜ਼ੀ ਕਰਕੇ ਉਹ ਹੁਣ ਇੰਨੇ ਸ਼ਕਤੀਸ਼ਾਲੀ ਹੋ ਚੁੱਕੇ ਸਨ ਕਿ 1857 ਦੇ ਸੈਨਿਕ ਵਿਦਰੋਹ ਨੂੰ ਦੱਬਣ ਵਿੱਚ ਕਾਮਯਾਬ ਰਹੇ ਅਤੇ ਅਖੀਰ ਬਾਦਸ਼ਾਹ ਸ਼ਾਹ ਜ਼ਫਰ ਨੂੰ ਰੰਗੂਨ ਭੇਜ ਕੇ ਕੈਦ ਕਰ ਲਿਆ ਗਿਆ। ਉਸ ਤੋਂ ਬਾਅਦ ਬ੍ਰਿਟਿਸ਼ ਮਹਾਰਾਣੀ ਨੇ ਇੰਡੀਆ ਦਾ ਕੰਟਰੋਲ ਆਪਣੇ ਹੱਥ 'ਚ ਲੈ ਲਿਆ ਸੀ। 1857 ਦੇ ਸੈਨਿਕ ਵਿਦਰੋਹ ਤੋਂ 100 ਸਾਲ ਪਹਿਲਾਂ 1757 ਵਿੱਚ ਪਲਾਸੀ ਦੀ ਫੈਸਲਾਕੁਨ ਜੰਗ ਹੋਈ ਜਿਸ ਵਿੱਚ ਨਵਾਬ ਸਿਰਾਜੁਦੌਲਾ ਦੀ ਹਾਰ ਹੋਈ ਸੀ। ਅੰਗਰੇਜ਼ ਹੁਣ ਪੂਰਨ ਤੌਰ 'ਤੇ ਸਾਰੇ ਸਮੁੰਦਰੀ ਤੱਟਾਂ ਵਾਲੇ ਸ਼ਹਿਰਾਂ ਵਿੱਚ ਕਾਬਿਜ਼ ਸਨ। ਉਸੇ ਦੌਰ ਵਿੱਚ ਅੰਗਰੇਜ਼ ਇੱਥੇ ਅਫੀਮ ਦੀ ਖੇਤੀ ਕਰਵਾਉਂਦੇ ਸਨ ਅਤੇ ਉਸ ਅਫੀਮ ਨੂੰ ਚੀਨ ਵਿੱਚ ਲਿਜਾ ਕੇ ਵੇਚਿਆ ਜਾਂਦਾ ਸੀ। ਅੰਗਰੇਜ਼ ਸਰਕਾਰ ਨੂੰ ਜਦੋਂ ਆਪਣੇ ਇਸ ਵਪਾਰਕ ਕੰਮਕਾਰ ਦੀ ਟਰਾਂਸਪੋਰਟ ਦੀ ਲੋੜ ਪਈ ਤਾਂ ਉਹਨਾਂ ਨੇ ਰੇਲਾਂ ਚਲਵਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਉਹਨਾਂ ਦਾ ਮਾਲ ਅਤੇ ਸੈਨਿਕ ਆਸਾਨੀ ਨਾਲ ਮੂਵਮੈਂਟ ਕਰ ਸਕਣ। ਜਦੋਂ ਉਹ ਵਪਾਰ ਕਰਦੇ ਸਨ ਤਾਂ ਉਹਨਾਂ ਨੂੰ ਬੈਂਕਾਂ ਦੀ ਲੋੜ ਮਹਿਸੂਸ ਹੋਈ ਤਾਂ ਉਹਨਾਂ ਨੇ ਬੈਂਕ ਖੋਲ੍ਹਣੇ ਸ਼ੁਰੂ ਕਰ ਦਿੱਤੇ ਤਾਂ ਕਿ ਭਾਰਤ ਤੋਂ ਲੁੱਟਿਆ ਧਨ ਉਹ ਆਸਾਨੀ ਨਾਲ ਆਪਣੇ ਦੇਸ਼ ਲਿਜਾ ਸਕਣ। 1858 ਵਿੱਚ ਜਦੋਂ ਤੱਕ ਮਹਾਰਾਣੀ ਨੇ ਭਾਰਤ ਆਪਣੇ ਹੇਠ ਨਹੀਂ ਲਿਆ ਸੀ ਉਦੋਂ ਤੱਕ ਈਸਟ ਇੰਡੀਆ ਕੰਪਨੀ ਦੇ ਅਫਸਰ ਇੱਥੋਂ ਦੇ ਰਾਜਿਆਂ ਤੇ ਮੰਦਰਾਂ 'ਚੋਂ ਲੁੱਟਿਆ ਗਿਆ ਧਨ, ਹੀਰੇ, ਸੋਨਾ ਵਗੈਰਾ ਜਿਹਦੇ ਜਿੰਨਾ ਹੱਥ ਲੱਗਦਾ ਉਹ ਆਪਣੇ ਨਾਲ ਲੈ ਜਾਂਦਾ ਸੀ ਆਪਣੀ ਨਿੱਜੀ ਜਾਇਦਾਦ ਮੰਨ ਕੇ। ਅੱਜ ਵੀ ਉਹਨਾਂ ਦੇ ਵਾਰਿਸ ਜਦੋਂ ਉਹਨਾਂ ਨੂੰ ਪੈਸੇ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਹ ਉਸ ਕੀਮਤੀ ਮਾਲ ਨੂੰ ਵੇਚ ਕੇ ਆਪਣਾ ਖਰਚ ਚਲਾ ਲੈਂਦੇ ਹਨ। ਉਹਨਾਂ ਦਿਨਾਂ 'ਚ ਬ੍ਰਿਟਿਸ਼ ਰਾਜ ਪਰਿਵਾਰ ਨਾਲ ਜੁੜੇ ਹੋਏ ਨਜ਼ਦੀਕੀ ਲੋਕਾਂ ਨੂੰ ਅਜਿਹੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਮਿਲਿਆ ਕਰਦੀਆਂ ਸਨ। ਈਸਟ ਇੰਡੀਆ ਕੰਪਨੀ ਤਾਂ ਹੁਣ ਚਲੀ ਗਈ ਹੈ ਅਤੇ ਦੇਸ਼ ਵੀ ਆਜ਼ਾਦ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਸਾਰੀਆਂ ਪੁਰਾਣੀਆਂ ਬ੍ਰਿਟਿਸ਼ ਕਰਾਊਨ ਕੰਪਨੀਆਂ ਅੱਜ ਸਾਡੇ ਦੇਸ਼ ਵਿੱਚ ਫਿਰ ਤੋਂ ਵਪਾਰ ਕਰ ਰਹੀਆਂ ਹਨ। ਮੁਗਲ ਸਮਰਾਟ ਜਹਾਂਗੀਰ ਨੇ ਵੀ ਉਸ ਵੇਲੇ ਵਪਾਰ ਦੀ ਇਜਾਜ਼ਤ ਦੇਣੀ ਮਾਮੂਲੀ ਗੱਲ ਸਮਝਿਆ ਹੋਵੇਗਾ, ਪਰ ਉਸ ਘਟਨਾ ਤੋਂ 200 ਸਾਲ ਬਾਅਦ ਇਤਿਹਾਸ ਪਲਟ ਚੁੱਕਾ ਸੀ। ਅੱਗੇ ਆਉਣ ਵਾਲੇ ਪਾਠ ਨੂੰ ਦੱਸਾਂਗਾ ਕਿ ਕਿਹੜੀਆਂ-ਕਿਹੜੀਆਂ ਪੁਰਾਣੀਆਂ ਕੰਪਨੀਆਂ ਅੱਜ ਵੀ ਸਾਡੇ ਇੱਥੇ ਕਿਸ ਤਰ੍ਹਾਂ ਕੰਮ ਕਰ ਰਹੀਆਂ ਹਨ। ਆਰਥਿਕ ਸੁਧਾਰਾਂ FDI ਨੇ ਉਹ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਨੰਬਰ 2, ਫਿਲੀਪਾਈਨਜ਼ ਦੇ ਤਤਕਾਲੀ ਰਾਸ਼ਟਰਪਤੀ ਰਮਨ ਮੈਗਸਸੇ ਕਿਹਾ ਜਾਂਦਾ ਹੈ ਕਿ ਅਮਰੀਕਨ ਏਜੰਸੀ CIA ਦੀ ਮਦਦ ਨਾਲ 1953 ਦੀਆਂ ਆਮ ਚੋਣਾਂ 'ਚ ਉਹ ਉੱਥੋਂ ਦੇ ਰਾਸ਼ਟਰਪਤੀ ਬਣੇ ਅਤੇ 1957 ਵਿੱਚ ਉਹਨਾਂ ਦੀ ਮੌਤ ਹੋ ਗਈ। ਉਹ ਜਿਉਂਦੇ ਰਹਿੰਦੇ ਹੋਏ ਹਮੇਸ਼ਾ ਅਮਰੀਕਨ ਹਿੱਤਾਂ ਲਈ ਦੌੜ ਭੱਜ ਕਰਦੇ ਰਹੇ। ਇਹਨਾਂ ਨੇ ਅਮਰੀਕਾ ਹਿੱਤ 'ਚ ਸੀਟੋ
ਸਾਊਥ ਇੰਡੀਆ ਏਸ਼ੀਆ ਆਰਗੇਨਾਈਜੇਸ਼ਨ ਟ੍ਰੀਟੀ ਬਣਵਾਈ। ਤਤਕਾਲੀਨ PM ਜਵਾਹਰ ਲਾਲ ਨਹਿਰੂ ਇਸ ਆਰਗੇਨਾਈਜੇਸ਼ਨ ਦੇ ਖਿਲਾਫ ਸਨ। ਪੰਡਿਤ ਜਵਾਹਰ ਲਾਲ ਨਹਿਰੂ NAM ਨੌਨ ਅਲਾਈਨਮੈਂਟ ਮੂਵਮੈਂਟ ਅਰਥਾਤ ਗੁੱਟ ਨਿਰਪੇਖ ਨੀਤੀ ਦੇ ਪੱਖ ਵਿੱਚ ਸਨ। ਫਿਲੀਪਾਈਨਜ਼ ਦੇ ਸਵਰਗਵਾਸੀ ਰਾਸ਼ਟਰਪਤੀ ਮੈਗਸਸੇ ਦੀ ਯਾਦ ਵਿੱਚ ਇੱਕ ਮੈਗਸਸੇ ਐਵਾਰਡ ਦਿੱਤਾ ਜਾਂਦਾ ਹੈ, ਜੋ ਕਿ ਫਿਲੀਪੀਨਜ਼ ਸਰਕਾਰ ਦਾ ਅਧਿਕਾਰਿਕ ਐਵਾਰਡ ਨਹੀਂ ਹੈ। ਉਹ ਐਵਾਰਡ ਕਮੇਟੀ ਵਿੱਚ ਫਿਲੀਪਾਈਨਜ਼ ਦੇ ਸਨਮਾਨਿਤ ਲੋਕ ਜ਼ਰੂਰ ਹਨ, ਪਰ ਇਸ ਅਵਾਰਡ ਦੀ ਜਨਕ ਅਤੇ ਸਪਾਂਸਰ ਫੋਰਡ ਫਾਊਂਡੇਸ਼ਨ ਹੈ ਅਤੇ ਇਹ ਫੋਰਡ ਫਾਊਂਡੇਸ਼ਨ ਅਮਰੀਕਾ ਦੇ ਰੌਕਫੈਲਰ ਪਰਿਵਾਰ ਦੀ ਸਹਿਯੋਗੀ ਸੰਸਥਾ ਹੈ। ਨੰਬਰ 3, ਸਾਡੇ ਇੱਥੇ ਵੀ ਕਈ ਉੱਘੀਆਂ ਹਸਤੀਆਂ ਨੂੰ ਮੈਗਸਸੇ ਅਵਾਰਡ ਦਿੱਤਾ ਗਿਆ ਹੈ। ਜਿਸ ਵਿੱਚ ਰਾਜਨੀਤਿਕ ਨਜ਼ਰੀਏ ਨਾਲ ਵੇਖਿਆ ਜਾਏ ਤਾਂ ਕਿਰਨ ਬੇਦੀ 1994, ਅਰਵਿੰਦ ਕੇਜਰੀਵਾਲ 2006 ਮੁੱਖ ਹਨ। ਇਹੀ ਅਵਾਰਡ 2019 ਵਿੱਚ ਰਵੀਸ਼ ਕੁਮਾਰ ਨੂੰ ਵੀ ਦਿੱਤਾ ਗਿਆ ਹੈ। ਇੰਝ ਹੀ 1998 'ਚ ਅੰਨਾ ਹਜ਼ਾਰੇ ਨੂੰ ਕੇਅਰ ਇੰਟਰਨੈਸ਼ਨਲ ਨੇ ਕੇਅਰ ਐਵਾਰਡ ਦਿੱਤਾ ਸੀ। ਇਸ ਕੇਅਰ ਇੰਟਰਨੈਸ਼ਨਲ ਦੇ ਪਿੱਛੇ ਰੌਕਫੈਲਰ ਗਰੁੱਪ ਸੀ। ਨੰਬਰ 4, ਸਵਾਮੀ ਵਿਵੇਕਾਨੰਦ ਦੇ ਨਾਂ 'ਤੇ ਉਹਨਾਂ ਦੀ ਸੰਸਥਾ ਰਾਮਕ੍ਰਿਸ਼ਨ ਮਿਸ਼ਨ ਅਤੇ RSS ਦੇ ਸਹਿਯੋਗ ਨਾਲ ਸੁਦੂਰ ਸਮੁੰਦਰੀ ਤੱਟ ਕੰਨਿਆ ਕੁਮਾਰੀ ਵਿੱਚ ਇੱਕ ਵੱਡਾ ਟੂਰਿਸਟ ਸਪਾਟ ਬਣਾਇਆ, ਵਿਵੇਕਾਨੰਦ ਮੈਮੋਰੀਅਲ, ਜਿਸ ਦਾ ਉਦਘਾਟਨ ਤਤਕਾਲੀਨ ਰਾਸ਼ਟਰਪਤੀ ਸ਼੍ਰੀ V ਗਿਰੀ ਨੇ 1970 ਵਿੱਚ ਕੀਤਾ ਸੀ। ਇਹ ਕੰਮ ਸੰਘ ਦੇ ਇੱਕ ਪ੍ਰਚਾਰਕ ਏਕਨਾਥ ਰਾਂਡੇ ਦੀ ਮਿਹਨਤ ਨਾਲ ਹੋਇਆ ਸੀ। ਉਹ 1963 ਤੋਂ ਲਗਾਤਾਰ ਇਸ ਕੰਮ ਵਿੱਚ ਜੁਟੇ ਹੋਏ ਸਨ। ਦੇਸ਼ ਵਿਦੇਸ਼ ਤੋਂ ਧਨ ਚੰਦਾ ਇਕੱਠਾ ਸਭ ਉਹਨਾਂ ਨੇ ਹੀ ਕੀਤਾ ਸੀ। ਤਤਕਾਲੀਨ PM ਇੰਦਰਾ ਗਾਂਧੀ ਨੇ ਵੀ ਨਿੱਜੀ ਦਾਨ ਇੱਥੇ ਦਿੱਤਾ ਸੀ। ਨੰਬਰ 5, ਦਸੰਬਰ 1971 ਵਿੱਚ ਭਾਰਤ ਪਾਕਿਸਤਾਨ ਦਾ ਯੁੱਧ ਹੁੰਦਾ ਹੈ। ਅਮਰੀਕਾ ਦੀ ਮਦਦ ਦੇ ਬਾਵਜੂਦ ਪਾਕਿਸਤਾਨ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ ਤੇ ਬੰਗਲਾਦੇਸ਼ ਦਾ ਜਨਮ ਹੁੰਦਾ ਹੈ। ਉਦੋਂ ਅਮਰੀਕਾ ਦੇ ਸਟੇਟ ਹੋਮ ਸੈਕਟਰੀ ਹੈਨਰੀ ਕਿਸਿੰਜਰ ਨੇ ਸਾਰੇ ਭਾਰਤੀਆਂ ਨੂੰ ਬਾਸਟਰਡ ਕਿਹਾ ਅਤੇ ਸਾਡੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕੁੱਤੀ ਸ਼ਬਦ ਨਾਲ ਸੰਬੋਧਨ ਕਰਕੇ ਆਪਣੀ ਖਿੱਚ ਕੱਢੀ ਸੀ। ਨੰਬਰ 6, ਦਸੰਬਰ 1971 ਵਿੱਚ ਪਾਕਿਸਤਾਨ ਨੂੰ ਜੰਗ ਵਿੱਚ ਹਾਰ ਮਿਲਦੀ ਹੈ ਅਤੇ ਉਸ ਤੋਂ ਬਾਅਦ ਇੱਥੇ ਏਕਨਾਥ ਰਾਂਡੇ ਜਨਵਰੀ 1972 ਵਿੱਚ ਵਿਵੇਕਾਨੰਦ ਕੇਂਦਰ ਨਾਂ ਦੀ ਇੱਕ ਸੰਸਥਾ ਬਣਾਉਂਦੇ ਹਨ। 1982 ਵਿੱਚ ਰਾਂਡੇ ਦੀ ਮੌਤ ਤੋਂ ਬਾਅਦ ਕੇਰਲ ਨਿਵਾਸੀ ਇੱਕ ਹੋਰ ਸੰਘ ਪ੍ਰਚਾਰਕ P ਪਰਮੇਸ਼ਵਰਨ ਇਸ ਵਿਵੇਕਾਨੰਦ ਕੇਂਦਰ ਦੇ ਮੁਖੀ ਬਣਦੇ ਹਨ। ਇਹਨਾਂ ਦਾ ਹੁਣੇ ਫਰਵਰੀ 2020 ਵਿੱਚ ਦੇਹਾਂਤ ਹੋਇਆ ਹੈ। P ਪਰਮੇਸ਼ਵਰਨ ਨੂੰ 2004 ਵਿੱਚ ਅਰਥਾਤ ਇਟਲੀ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਪਦਮ ਸ਼੍ਰੀ ਦਿੱਤਾ ਅਤੇ 2018 ਵਿੱਚ ਮੋਦੀ ਸਰਕਾਰ ਨੇ ਪਦਮ ਵਿਭੂਸ਼ਣ ਦਿੱਤਾ। 2015 ਵਿੱਚ ਵੀ ਇਹਨਾਂ ਨੂੰ ਮੋਦੀ ਸਰਕਾਰ ਵਿੱਚ ਗਾਂਧੀ ਸ਼ਾਂਤੀ ਪੁਰਸਕਾਰ ਮਿਲਿਆ। ਜ਼ਾਹਿਰ ਹੈ ਕਿ ਜ਼ਰੂਰ ਇਹਨਾਂ ਨੇ ਕੋਈ ਮਹੱਤਵਪੂਰਨ ਕੰਮ ਕੀਤਾ ਹੋਵੇਗਾ। ਹੁਣ ਇੱਕ ਅਮਰੀਕਨ ਨਾਗਰਿਕ ਡੇਵਿਡ ਫਾਰਲੇ ਇਸੇ ਦਹਾਕੇ 1975-80 ਦੌਰਾਨ ਭਾਰਤ ਵਿੱਚ ਆਏ ਅਤੇ ਇੱਥੋਂ ਹੀ ਹਿੰਦੂ ਸੰਸਕ੍ਰਿਤੀ, ਵੇਦ, ਯੋਗ ਵਗੈਰਾ ਵਿੱਚ ਰਚ ਮਿਚ ਗਏ ਤੇ ਇੱਕ ਸੰਤ ਵਾਂਗ ਰਹਿਣਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਵੀ ਮੋਦੀ ਸਰਕਾਰ 2015 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕਰਦੀ ਹੈ। ਇੱਕ ਹੋਰ ਫ੍ਰੈਂਚ ਮੂਲ ਦੇ ਲੇਖਕ ਮਾਈਕਲ ਡੈਨੀਨੋ ਉਹਨਾਂ ਦਿਨਾਂ 'ਚ 1990 ਦੇ ਦਹਾਕੇ 'ਚ ਆਏ। ਇਹਨਾਂ ਨੇ ਵੀ ਵੈਦਿਕ ਸਨਾਤਨ ਇਤਿਹਾਸ 'ਚ ਕਾਫੀ ਖੋਜ ਕੀਤੀ। ਇਹੀ ਸਭ ਖੋਜਾਂ ਅੱਜ ਕੱਲ੍ਹ WhatsApp ਤੇ ਛੋਟੇ-ਮੋਟੇ ਭਾਗਾਂ ਵਿੱਚ ਅੰਧ ਭਗਤ ਪੜ੍ਹਦੇ ਹਨ। ਇਹਨਾਂ ਨੇ 2003 ਵਿੱਚ ਭਾਰਤ ਦੀ ਨਾਗਰਿਕਤਾ ਲੈ ਲਈ ਅਤੇ 2017 ਵਿੱਚ ਇਹਨਾਂ ਨੂੰ ਵੀ ਮੋਦੀ ਸਰਕਾਰ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਇੱਕ ਹੋਰ ਬੈਲਜੀਅਮ ਮੂਲ ਦੇ ਲੇਖਕ ਕੋਇਨਰਾਡ ਅਲਿਸਟ ਦੇ ਭਾਰਤ 'ਚ ਪੈਰ ਪਏ।
ਕਰੀਬ 1987-88 ਦੇ ਦੌਰਾਨ ਇਹ ਬਹੁਤ ਭਿਆਨਕ ਕੱਟੜ ਹਿੰਦੂਵਾਦੀ ਸੋਚ ਵਾਲੇ ਸਨ। ਇਸਲਾਮੋਫੋਬੀਆ ਉੱਤੇ ਤਕੜਾ ਗਿਆਨ ਝਾੜਦੇ ਸਨ। ਰਾਮ ਜਨਮ ਭੂਮੀ ਅੰਦੋਲਨ ਦੇ ਦੌਰਾਨ ਇਹਨਾਂ ਦੁਆਰਾ ਸ਼ੁਰੂ ਕੀਤੇ ਗਏ ਕਿੱਸੇ ਅੱਜ ਵੀ WhatsApp ਤੇ ਪੜ੍ਹਨ ਸੁਣਨ ਨੂੰ ਮਿਲ ਜਾਂਦੇ ਹਨ। ਅਫਸੋਸ ਇਹਨਾਂ ਨੂੰ ਕੋਈ ਪਦਮ ਐਵਾਰਡ ਨਹੀਂ ਮਿਲ ਸਕਿਆ ਕਿਉਂਕਿ ਇਹਨਾਂ ਨੇ ਆਪਣੀ ਨਿਸ਼ਠਾ ਅਡਵਾਨੀ ਨਾਲ ਜ਼ਿਆਦਾ ਬਣਾਈ ਹੋਈ ਸੀ। ਇਹ ਤਿੰਨੋਂ ਵਿਦੇਸ਼ੀ ਵਿਵੇਕਾਨੰਦ ਕੇਂਦਰ ਨਾਲ ਕਿਸੇ ਨਾ ਕਿਸੇ ਪੱਧਰ 'ਤੇ ਜੁੜੇ ਹੋਏ ਸਨ। 1993 ਵਿੱਚ ਵਿਵੇਕਾਨੰਦ ਦੇ ਨਾਂ ਦਾ ਫਾਇਦਾ ਚੁੱਕਦੇ ਹੋਏ ਇਹਨਾਂ ਨੇ ਤਤਕਾਲੀਨ ਕਾਂਗਰਸ ਸਰਕਾਰ ਤੋਂ ਚਨਕਿਆਪੁਰੀ ਵਿੱਚ ਇੱਕ ਪਲਾਟ ਤੇ ਬਿਲਡਿੰਗ ਅਲਾਟ ਕਰਵਾ ਲਈ। ਉਸ ਵਕਤ ਵਿਵੇਕਾਨੰਦ ਕੇਂਦਰ ਇੱਕ ਧਾਰਮਿਕ ਕੇਂਦਰ ਸੀ। PV ਨਰਸਿਮਹਾ ਰਾਓ ਜੀ ਨੇ ਰਾਜੀ ਖੁਸ਼ੀ ਇਹਨਾਂ ਨੂੰ ਉਹ ਥਾਂ ਅਲਾਟ ਕਰ ਦਿੱਤੀ। ਸੈਮ ਮਾਰਟਿਨ ਮਾਰਗ ਚਨਕਿਆਪੁਰੀ, ਜਿੱਥੇ ਅੱਜ ਕੱਲ੍ਹ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਦਾ ਆਲੀਸ਼ਾਨ ਦਫ਼ਤਰ ਹੈ। ਨੰਬਰ 7, ਵਿਵੇਕਾਨੰਦ ਕੇਂਦਰ ਕੰਨਿਆ ਕੁਮਾਰੀ ਨਾਲ ਜੁੜੇ ਲੋਕਾਂ ਨੂੰ ਮੋਦੀ ਸਰਕਾਰ ਵਿੱਚ ਦਿਲ ਖੋਲ੍ਹ ਕੇ ਪਦਮ ਸਨਮਾਨ ਦਿੱਤੇ ਗਏ ਅਤੇ ਸੁਪਰ ਕੱਪ ਅਜੀਤ ਡੋਭਾਲ ਨੇ ਦਸੰਬਰ 2009 ਵਿੱਚ ਇੱਥੇ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਬਣਾਇਆ। ਅਜੀਤ ਡੋਭਾਲ ਕੰਧਾਰ ਜਹਾਜ਼ ਅਗਵਾ ਕਾਂਡ ਵਿੱਚ ਮੁੱਖ ਭੂਮਿਕਾ ਵਿੱਚ ਸਨ। ਤਤਕਾਲੀਨ ਅਟਲ ਬਿਹਾਰੀ ਵਾਜਪਾਈ ਵਾਲੀ ਸਰਕਾਰ ਵਿੱਚ ਉਸ ਵੇਲੇ ਸੰਕਟ ਮੋਚਕ ਦੀ ਭੂਮਿਕਾ 'ਚ ਸਨ। ਬਾਅਦ ਵਿੱਚ ਜਨਵਰੀ 2005 ਵਿੱਚ IB ਇੰਟੈਲੀਜੈਂਸ ਬਿਊਰੋ ਚੀਫ ਦੇ ਪਦ ਤੋਂ ਰਿਟਾਇਰ ਹੁੰਦੇ ਹਨ। ਉਸ ਦੌਰਾਨ ਇੱਕ ਹੋਰ ਅਧਿਕਾਰੀ CD ਸਹਾਏ ਵੀ ਅਜੀਤ ਡੋਭਾਲ ਦੇ ਨਾਲ ਸਨ। ਇਹ ਵੀ ਜਨਵਰੀ 2005 ਵਿੱਚ ਰਾਹ ਚੀਫ ਵਜੋਂ ਰਿਟਾਇਰ ਹੋਏ ਸਨ। ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਟੀਮ ਵਿੱਚ ਵੀ ਇਹੀ ਸਨ। ਨੰਬਰ 8, ਜਦੋਂ ਕੰਧਾਰ ਜਹਾਜ਼ ਅਗਵਾ ਦਾ ਜ਼ਿਕਰ ਕੀਤਾ ਹੈ, ਉੱਥੇ ਇੱਕ ਸਵਿਸ ਨਾਗਰਿਕ ਰਾਬਰਟੋ ਜਿਓਰੀ ਦਾ ਜ਼ਿਕਰ ਆਉਂਦਾ ਹੈ ਜੋ ਬ੍ਰਿਟਿਸ਼ ਕਰਾਊਨ ਫਰਮ ਡਲੇਰੀਓ ਦਾ ਮਾਲਕ ਸੀ, ਜਿਸ ਦੀ ਸੁਰੱਖਿਅਤ ਰਿਹਾਈ ਲਈ ਵੱਖਰੇ ਤੌਰ 'ਤੇ ਸਵਿਸ ਸਰਕਾਰ ਦੀ ਇੱਕ ਟੀਮ ਪਹੁੰਚੀ ਸੀ ਅਤੇ ਵਿਦੇਸ਼ ਮੰਤਰੀ ਜਸਵੰਤ ਸਿੰਘ ਦੇ ਉੱਪਰ ਫਿਰੌਤੀ ਦੇ ਕੇ ਰਾਬਰਟੋ ਜਿਓਰੀ ਨੂੰ ਛੁਡਵਾਉਣ ਦਾ ਦੋਸ਼ ਵੀ ਲੱਗਿਆ ਸੀ। ਨੰਬਰ 9, ਇਸ ਕੰਪਨੀ ਦਾ ਕੰਮ ਪਿਛਲੇ 150 ਸਾਲਾਂ ਤੋਂ ਬੈਂਕ ਆਫ ਇੰਗਲੈਂਡ ਤੇ ਬ੍ਰਿਟਿਸ਼ ਸ਼ਾਸਿਤ ਦੇਸ਼ਾਂ ਲਈ ਨੋਟ ਛਾਪਣ ਦਾ ਹੈ। ਕੰਧਾਰ ਅਗਵਾ ਕਾਂਡ ਵਿੱਚ ਅੱਤਵਾਦੀ ਮਸੂਦ ਅਜ਼ਹਰ ਦੀ ਰਿਹਾਈ ਤਾਂ ਸਿਰਫ ਇੱਕ ਬੋਨਸ ਡੀਲ ਸੀ। ਅਸਲ ਮਾਮਲਾ ਇਸ ਦੇ ਰਾਬਰਟੋ ਜਿਓਰੀ ਦੀ ਸੁਰੱਖਿਅਤ ਰਿਹਾਈ ਦਾ ਸੀ ਅਤੇ ਇੱਥੇ ਹੀ ਸੰਯੋਗ ਨਾਲ ਅਜੀਤ ਡੋਭਾਲ ਅਤੇ CD ਸਹਾਏ ਵਰਗੇ ਤੇਜ਼ ਤਰਾਰ IPS ਅਫਸਰ, ਜਿਨ੍ਹਾਂ ਨੂੰ ਜਿਓਪੋਲਿਟਿਕਸ ਤੇ ਇੰਟੈਲੀਜੈਂਸ ਦੀ ਸਮਝ ਹੈ, ਉਹ ਇਸ ਪਲਾਨ ਨੂੰ ਤੁਰੰਤ ਸਮਝ ਗਏ ਤੇ ਇੱਕ ਤੈਅ ਰਣਨੀਤੀ ਦੇ ਨਾਲ ਇਹਨਾਂ ਨੇ ਸਾਰੀ ਸੈਟਿੰਗ ਕੀਤੀ। ਆਪਣੇ ਰਿਟਾਇਰ ਹੋਣ ਤੋਂ ਬਾਅਦ ਨੌਕਰਸ਼ਾਹੀ ਵਿੱਚ ਆਪਣੇ ਸਰੋਤ ਛੱਡੇ, ਅੰਦਰੂਨੀ ਜਾਣਕਾਰੀਆਂ ਲੈਂਦੇ ਰਹੇ ਤੇ ਇੱਕ ਬਹੁਤ ਵੱਡੇ ਜਿਓਪੋਲਿਟਿਕਸ ਖੇਡ ਦੇ ਕੇਂਦਰ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਖੜਾ ਕੀਤਾ ਗਿਆ। ਨੰਬਰ 10, ਅੰਨਾ ਹਜ਼ਾਰੇ ਸਹਿਯੋਗੀ ਟੀਮ ਦਾ ਲੋਕਪਾਲ ਅੰਦੋਲਨ ਅਤੇ ਬਾਬਾ ਰਾਮਦੇਵ ਦਾ ਕਾਲਾ ਧਨ ਲਿਆਉਣ ਦਾ ਅੰਸ਼ਲ ਵਗੈਰਾ ਸਾਰਾ ਡਰਾਮਾ ਸਟੇਜ ਇਸੇ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਉਪਜ ਸੀ। ਨੰਬਰ 11, ਇੰਗਲੈਂਡ ਦੀ PM ਥੇਰੇਸਾ ਮੇ 2016 ਵਿੱਚ ਭਾਰਤ ਆਈ। ਇਹਨਾਂ ਦਾ ਸਾਡੇ PM ਨਾਲ ਇੱਕ ਪੁਰਾਣਾ ਰਿਸ਼ਤਾ ਵੀ ਹੈ। ਦੋਵੇਂ 1999 'ਚ ਅਮਰੀਕਾ ਵਿੱਚ ਇਕੱਠੇ ਸਨ, ਜਦੋਂ ਇਹਨਾਂ ਦੇ ਆਉਣ ਜਾਣ ਦਾ ਪੂਰਾ ਖਰਚਾ ਅਮਰੀਕਾ ਸਰਕਾਰ ਨੇ ਚੁੱਕਿਆ ਸੀ। ਨੰਬਰ 12, ਨੋਟਬੰਦੀ ਜਿਸ ਦਿਨ ਘੋਸ਼ਿਤ ਹੋਈ ਉਸ ਤੋਂ 3 ਦਿਨ ਪਹਿਲਾਂ ਤੋਂ ਇੰਗਲੈਂਡ ਦੀ PM ਥੈਰੇਸਾ ਮੇ ਭਾਰਤ ਵਿੱਚ ਆਈ ਤੇ ਉਹਨਾਂ ਦੇ ਜਾਂਦੇ ਹੀ ਉਸੇ ਦਿਨ ਸ਼ਾਮ ਨੂੰ ਨੋਟਬੰਦੀ ਦੀ ਘੋਸ਼ਣਾ ਹੋਈ। ਨੋਟਬੰਦੀ ਤੋਂ ਇੱਕ ਦਿਨ ਪਹਿਲਾਂ ਰਾਜਧਾਨੀ ਵਿੱਚ ਹੋਏ ਇੱਕ ਇਵੈਂਟ ਸਮਾਗਮ ਨੂੰ ਸਪਾਂਸਰ ਇਸ ਕੰਪਨੀ ਡੈਲਾਰੂਈ ਨੇ ਕੀਤਾ ਸੀ,
ਜਿਸ ਦੇ ਮਾਲਕ ਦਾ ਨਾਂ ਕੰਧਾਰ ਅਗਵਾ ਕਾਂਡ ਵਿੱਚ ਆਇਆ ਸੀ। ਨੰਬਰ 13 ਨਵੰਬਰ 2015 'ਚ ਆਪਣੇ ਇੰਗਲੈਂਡ ਦੌਰੇ ਦੌਰਾਨ PM ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਹੇਠ ਇਸ ਕੰਪਨੀ ਨਾਲ ਨੋਟ ਛਾਪਣ ਦੀ ਗੱਲ ਹੋਈ ਸੀ ਅਤੇ ਇਸ ਕੰਪਨੀ ਨੂੰ ਮਹਾਰਾਸ਼ਟਰ ਵਿੱਚ ਜ਼ਮੀਨ ਅਲਾਟ ਕੀਤੀ ਗਈ। ਨੋਟਬੰਦੀ ਦੌਰਾਨ ਨਵੇਂ ਨੋਟ ਇਸੇ ਕੰਪਨੀ ਨੇ ਛਾਪੇ। ਇਸ ਕੰਪਨੀ ਉੱਤੇ ਗੜਬੜੀ ਕਰਕੇ ਤਤਕਾਲੀਨ UPA ਸਰਕਾਰ ਨੇ ਪਾਬੰਦੀ ਲਗਾਈ ਸੀ। ਨੰਬਰ 14 2014 ਦੀ ਰਿਕਾਰਡ ਤੋੜ ਜਿੱਤ ਪ੍ਰਸ਼ਾਂਤ ਕਿਸ਼ੋਰ ਦੇ ਕਾਰਨ ਨਹੀਂ ਹੋਈ ਸੀ। ਉਹ ਸਿਰਫ ਮਖੌਟਾ ਸਨ। ਜਿੱਤ ਦਾ ਸਿਹਰਾ ਬਾਹਰ ਦੀਆਂ ਵਿਦੇਸ਼ੀ ਏਜੰਸੀਆਂ ਨੂੰ ਜਾਂਦਾ ਹੈ, ਪਰ ਇੱਕ ਰਣਨੀਤੀ ਹੇਠ ਇਹ ਸਿਹਰਾ ਪ੍ਰਸ਼ਾਂਤ ਕਿਸ਼ੋਰ ਨੂੰ ਦੇ ਦਿੱਤਾ ਗਿਆ। ਨੰਬਰ 15 ਜਾਣੋ ਕੌਣ ਸਨ ਉਹ ਬਾਹਰ ਦੀਆਂ ਏਜੰਸੀਆਂ ਅਤੇ ਉਹਨਾਂ ਦਾ ਇਤਿਹਾਸ ਕੀ ਰਿਹਾ ਹੈ। APCO ਵਰਲਡ ਵਾਈਡ, WPP, OGILVY ਐਂਡ MATHER। ਨੰਬਰ 16 ਕੀ ਕਾਰਨ ਹੈ ਕਿ ਭਾਜਪਾ ਪਾਰਟੀ ਫੰਡ ਦੇ ਪੈਸਿਆਂ ਦੇ ਹਿਸਾਬ ਕਿਤਾਬ ਵਿੱਚ ਗੜਬੜੀ ਬਹੁਤ ਹੁੰਦੀ ਹੈ? ਕੀ ਇਹ ਸਾਰਾ ਪੈਸਾ ਚੋਰੀ ਹੁੰਦਾ ਹੈ? ਨੰਬਰ 17 ਜੂਨ 2000 ਵਿੱਚ ਅਟਲ ਜੀ ਦੇ ਇੱਕ ਬਿਆਨ ਦੇ ਆਧਾਰ 'ਤੇ ਕਿ ਉਹ ਹੁਣ ਨਰਿੰਦਰ ਮੋਦੀ ਨੂੰ CM ਦੇ ਪਦ ਤੋਂ ਹਟਾਉਣ ਬਾਰੇ ਸੋਚਣਗੇ, ਉਸ ਦੇ ਅਗਲੇ 24 ਘੰਟਿਆਂ ਦੇ ਅੰਦਰ ਹੀ ਗੁਜਰਾਤ ਵਿੱਚ ਸ਼ੱਕੀ ਐਨਕਾਊਂਟਰ ਕਿਉਂ? ਨੰਬਰ 18 GSPC ਗੁਜਰਾਤ ਸਟੇਟ ਪੈਟਰੋਲੀਅਮ ਕਾਰਪੋਰੇਸ਼ਨ ਘੁਟਾਲਾ। ਨੰਬਰ 19 ਵਾਈਬ੍ਰੈਂਟ ਗੁਜਰਾਤ ਸੰਮੇਲਨ ਜਾਂ ਬ੍ਰਾਂਡ ਮੋਦੀ ਪ੍ਰਯੋਗਸ਼ਾਲਾ ਅਤੇ ਚੰਦਾ ਉਗਰਾਹੀ ਇਵੈਂਟ। ਨੰਬਰ 20 ਬਹੁਤ ਚਰਚਿਤ ਸਨੂਪ ਗੇਟ ਮਾਨਸੀ ਸੋਨੀ ਮਸਲਾ। ਕੀ CM ਨਰਿੰਦਰ ਮੋਦੀ ਨੂੰ ਕੋਈ ਬਾਹਰਲੀ ਏਜੰਸੀ ਬਲੈਕਮੇਲ ਕਰ ਰਹੀ ਸੀ? ਨੰਬਰ 21 ਗੁਜਰਾਤ ਹੀਰਾ ਵਪਾਰੀ ਅਤੇ ਚੀਨ ਵਿੱਚ ਉਹਨਾਂ ਦੀ ਗ੍ਰਿਫਤਾਰੀ ਤੇ ਮੋਦੀ ਦਾ ਉਹਨਾਂ ਨੂੰ ਛੁਡਵਾਉਣ ਦਾ ਪਹਿਲ ਕਰਨਾ। ਨੰਬਰ 22 ਆਪਣੇ ਹੋਰ ਸੰਭਾਵਿਤ ਰਸਤੇ ਦੇ ਰੋੜਿਆਂ ਨੂੰ ਹਟਾਉਣਾ, ਜਿਵੇਂ ਕਿ ਸੰਜੇ ਜੋਸ਼ੀ, ਸੁਸ਼ਮਾ ਸਵਰਾਜ, ਨਿਤਿਨ ਗਡਕਰੀ। ਨੰਬਰ 23 ਰਿਲਾਇੰਸ KG ਬੇਸਨ ਅਤੇ ਰਾਜਸ਼ੇਖਰ ਰੈਡੀ ਹੈਲੀਕਾਪਟਰ ਕ੍ਰੈਸ਼। ਨੰਬਰ 24 UPA ਸਰਕਾਰ ਇੱਕ ਅਤੇ ਅਮਰੀਕਾ ਨਾਲ ਨਿਊਕਲੀਅਰ ਡੀਲ। ਨੰਬਰ 25 ਕੋਡਨਕੁਲਮ ਨਿਊਕਲੀਅਰ ਪਾਵਰ ਪਲਾਂਟ ਅਤੇ ਅਮਰੀਕਾ ਸਾਜ਼ਿਸ਼ ਤੇ UPA 2। ਨੰਬਰ 26 UPA 2 ਅਤੇ ਉਹਨਾਂ ਦੀ ਨੌਕਰਸ਼ਾਹੀ ਤੇ ਢਿੱਲੀ ਪਕੜ ਕੀ ਕਾਰਨ ਸਨ ਅਤੇ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਦਾ ਰੋਲ। ਨੰਬਰ 27 ਮਾਲੇਗਾਓਂ ਵਿਸਫੋਟ ਮੁੰਬਈ 26/2011 ਤੇ ਜਰਨਲ VK ਸਿੰਘ ਦੀ TSD ਹੇਮੰਤ ਕਰਾਰੇ ਦਾ ਸ਼ਹੀਦ ਹੋਣਾ। ਨੰਬਰ 28 EVM ਛੇੜਖਾਨੀ ਦੇ ਦੋਸ਼ ਵਿੱਚ ਕਿੰਨੀ ਹੈ ਸੱਚਾਈ। ਨੰਬਰ 29 ਗੂਗਲ ਅਮਰੀਕਾ ਅਤੇ ਚੀਨ ਦੀ ਰੱਸਾਕਸ਼ੀ ਕਿਵੇਂ ਦਿੰਦੀ ਹੈ ਸਾਡੇ ਦੇਸ਼ ਨੂੰ ਖਤਰੇ ਦਾ ਅਲਰਟ। ਨੰਬਰ 30 ਕੀ ਫੇਸਬੁੱਕ ਸਾਡੇ ਇੱਥੋਂ ਦੀਆਂ ਚੋਣਾਂ ਪ੍ਰਭਾਵਿਤ ਕਰਦਾ ਹੈ? ਜਾਣੋ ਫੇਸਬੁੱਕ ਦਾ ਰਾਜਨੀਤਿਕ ਏਜੰਡਾ। ਇਸ ਕਿਤਾਬ ਵਿੱਚ ਅਸੀਂ ਇਹਨਾਂ ਸਾਰੇ ਤੱਥਾਂ ਅਤੇ ਕਿਰਦਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ ਪਾਠ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਇਸ ਤਰ੍ਹਾਂ ਦੀ ਰਾਜਨੀਤਿਕ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।